ਵੈਲਕਮ ਬੈਕ। ਅੱਜ ਦੀ ਵੀਡੀਓ ਬਣਾਉਂਦੇ ਹੋਏ ਕੋਈ ਮਨ ਨੂੰ ਖੁਸ਼ੀ ਨਹੀਂ ਹੈ। ਅੱਜ ਦੀ ਵੀਡੀਓ ਜਿਹੜੀ ਹੈ ਦਿਖਾਉਂਦੀ ਹੈ ਵੀ ਅੱਜ ਵੀ ਸਾਡੀਆਂ ਬੱਚੀਆਂ ਜਿਹੜੀਆਂ ਆ ਉਹ ਸੇਫ ਨਹੀਂ ਆ। ਸਾਡੀਆਂ ਬੱਚੀਆਂ ਜਿਨ੍ਹਾਂ ਨੂੰ ਘਰੋਂ ਪੜ੍ਹਨ ਦੇ ਲਈ ਵਿੱਦਿਆ ਲੈਣ ਦੇ ਲਈ ਮਾਂ-ਬਾਪ ਭੇਜਦੇ ਨੇ, ਅੰਗਰੇਜ਼ੀ ਸਕੂਲ ਦੇ ਵਿੱਚ ਪੜ੍ਹਨ ਨੂੰ ਭੇਜਦੇ ਆ, ਆਪਣੇ ਵੱਲੋਂ ਜਿਹੜੇ ਉਹ ਮਾਂ-ਬਾਪ ਆ ਉਹ ਵਧੀਆ ਸਿੱਖਿਆ ਕੁੜੀਆਂ ਨੂੰ ਦਿੰਦੇ ਆ ਔਰ ਉਹਨਾਂ ਦੇ ਨਾਲ ਸਕੂਲ ਦੇ ਵਿੱਚ ਜਾ ਕੇ ਦੁਸ਼ਕਰਮ ਹੁੰਦਾ ਹੈ। 25 ਫਰਵਰੀ ਨੂੰ ਅੰਗਰੇਜ਼ੀ ਅਖਬਾਰ ਦੇ ਵਿੱਚ ਇੱਕ ਖਬਰ ਨਸ਼ਰ ਹੁੰਦੀ ਹੈ ਕਿ ਇੱਕ ਪ੍ਰਿੰਸੀਪਲ ਨੂੰ ਅਰੈਸਟ ਕੀਤਾ ਜਾਂਦਾ ਹੈ। ਪ੍ਰਿੰਸੀਪਲ ਨੂੰ ਕਿਉਂ ਅਰੈਸਟ ਕੀਤਾ ਗਿਆ? ਕਿਉਂਕਿ ਉਹ 20 ਸਾਲਾਂ ਤੋਂ ਇੱਕ ਅੰਗਰੇਜ਼ੀ ਸਕੂਲ ਚਲਾ ਰਿਹਾ ਸੀ, ਪ੍ਰਾਈਵੇਟ ਸਕੂਲ ਚਲਾ ਰਿਹਾ ਸੀ। ਉਸ ਸਕੂਲ ਦੇ ਵਿੱਚ ਪਿਛਲੇ 7-8 ਸਾਲਾਂ ਤੋਂ ਉਹ ਛੋਟੀਆਂ ਬੱਚੀਆਂ ਨੂੰ ਐਕਸਪਲੋਇਟ ਕਰ ਰਿਹਾ ਸੀ। ਸੈਕਸ਼ੂਅਲ ਹਰਾਸਮੈਂਟ ਜਾਂ ਐਕਸਪਲੋਇਟ ਇਹ ਦੋ ਹੀ ਸ਼ਬਦ ਉਹਦੇ ਵਿੱਚ ਲਿਖੇ ਹੋਏ ਸੀ ਉਸ ਅਖਬਾਰ ਦੇ ਵਿੱਚ। ਪਰ ਜਦੋਂ ਮੈਂ ਪਤਾ ਕਰਨ ਦੀ ਫਰਦਰ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਜਿਹੜਾ ਉਹ ਪ੍ਰਿੰਸੀਪਲ ਹੈ ਉਹਨੂੰ ਜੋ ਪਰਚਾ ਕਰਕੇ ਅਰੈਸਟ ਕੀਤਾ ਗਿਆ ਉਹ ਪਰਚਾ ਹੈ 376(2) ਦਾ ਔਰ ਸੈਕਸ਼ਨ ਜਿਹੜਾ ਇੱਕ ਲਗਾਇਆ ਗਿਆ 6 ਸੈਕਸ਼ਨ ਪੋਕਸੋ ਦਾ। ਪੋਕਸੋ ਐਕਟ ਜਿਹੜਾ ਹੁੰਦਾ ਬੱਚਿਆਂ ਦੇ ਨਾਲ ਜਦੋਂ ਕੋਈ ਕੁਕਰਮ ਹੁੰਦਾ ਹੈ, ਉਹਨਾਂ ਤੇ ਕੋਈ ਕ੍ਰਾਈਮ ਹੁੰਦਾ, ਉਹਦੇ ਤੇ ਲੱਗਦਾ। ਅਰੈਸਟ ਕਿੱਦਾਂ ਕੀਤਾ ਗਿਆ ਕਿ ਉਹਦਾ ਜਿਹੜਾ ਕੰਪਿਊਟਰ ਸੀ ਉਹ ਖਰਾਬ ਹੋ ਗਿਆ ਸੀ। ਉਹਨੂੰ ਰਿਪੇਅਰ ਕਰਨ ਦੇ ਲਈ ਉਹਨੇ ਕਿਸੇ ਮਕੈਨਿਕ ਕੋਲ ਭੇਜਿਆ ਔਰ ਉੱਥੋਂ ਜਿਹੜੀਆਂ ਉਹਦੀਆਂ ਅੰਦਰੋਂ ਤਸਵੀਰਾਂ ਵਾਇਰਲ ਹੋਈਆਂ, ਉੱਥੋਂ ਉਹਦੀਆਂ ਵੀਡੀਓਜ਼ ਉਹਨਾਂ ਬੱਚਿਆਂ ਨੂੰ ਐਕਸਪਲੋਇਟ ਕਰਦਿਆਂ ਦੀਆਂ ਬਾਹਰ ਨਿਕਲੀਆਂ ਔਰ ਤਾਂ ਜਾ ਕੇ ਪਤਾ ਲੱਗਿਆ ਔਰ ਇੱਕ ਅਸ਼ਵਨੀ ਕੁਮਾਰ ਕੋਈ ਕੰਪਲੇਨੈਂਟ ਆ, ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਔਰ ਇਹਨੂੰ ਅਰੈਸਟ ਕੀਤਾ ਗਿਆ। ਜ਼ਿਆਦਾ ਦੁੱਖ ਇਸ ਗੱਲ ਦਾ ਹੈ ਕਿ ਉਹ ਜਿਹੜੇ ਬੰਦੇ ਦੇ ਖਿਲਾਫ ਸ਼ਿਕਾਇਤ ਕਰਨ ਦੇ ਲਈ ਉਹ ਬੱਚੀਆਂ, ਪੀੜਤ ਬੱਚੀਆਂ ਤੇ ਉਹਨਾਂ ਦਾ ਪਰਿਵਾਰ ਸਾਹਮਣੇ ਨਹੀਂ ਆ ਰਹੇ ਹੈਗੇ। ਪਤਾ ਨਹੀਂ ਕਿੰਨੀਆਂ ਬੱਚੀਆਂ ਹੋਣਗੀਆਂ, ਪਤਾ ਨਹੀਂ ਕਿੰਨੇ ਪੀੜਿਤ ਪਰਿਵਾਰ ਹੋਣਗੇ ਇਸ ਟਾਈਮ, ਪਰ ਉਸ ਬੰਦੇ ਨੂੰ ਫੜ ਵੀ ਲਿਆ ਗਿਆ ਤਾਂ ਵੀ ਉਸ ਦੇ ਬਾਵਜੂਦ ਵੀ ਉਹ ਜਿਹੜੀਆਂ ਬੱਚੀਆਂ ਦੇ ਪਰਿਵਾਰ ਹੈ ਉਹ ਆਪਣੀਆਂ ਸ਼ਿਕਾਇਤਾਂ ਕਰਨ ਦੇ ਲਈ ਬਾਹਰ ਨਹੀਂ ਆ ਰਿਹਾ। ਸੋ ਪੁਲਿਸ ਵੀ ਇੱਥੇ ਫੇਲ ਹੋ ਰਹੀ ਹੈ ਉਹਨਾਂ ਬੱਚੀਆਂ ਦੇ ਬਿਆਨ ਲੈਣ ਤੋਂ। ਦੁੱਖ ਐਵੇਂ ਲੱਗਦਾ, ਡਰ ਐਵੇਂ ਲੱਗ ਰਿਹਾ ਕਿ ਅਗਰ ਉਹ ਕੁੜੀਆਂ ਬਾਹਰ ਨਾ ਆਈਆਂ, ਬਿਆਨ ਨਾ ਦਿੱਤੇ, ਉਹਨਾਂ ਨੇ ਆਪਣੀਆਂ ਸਟੇਟਮੈਂਟਾਂ ਨਾ ਦਿੱਤੀਆਂ, ਉਹਨਾਂ ਦੇ ਪਰਿਵਾਰਾਂ ਨੇ ਅੱਗੇ ਆ ਕੇ ਸਟੇਟਮੈਂਟਾਂ ਨਾ ਦਿੱਤੀਆਂ, ਤਾਂ ਕਿਤੇ ਇਹ ਜਿਹੜਾ ਬੰਦਾ ਜਿਹੜਾ ਪਿਛਲੇ 20 ਸਾਲਾਂ ਤੋਂ ਇੱਕ ਸਕੂਲ ਚਲਾ ਰਿਹਾ ਸੀ ਔਰ 7-8 ਸਾਲਾਂ ਤੋਂ ਕੁੜੀਆਂ ਨੂੰ ਐਕਸਪਲੋਇਟ ਕਰਦਾ ਸੀ, ਇਹ ਵੀ ਹੋ ਸਕਦਾ ਕਿ ਉਹ ਪਿਛਲੇ 20 ਸਾਲਾਂ ਤੋਂ ਹੀ ਛੋਟੀਆਂ ਬੱਚੀਆਂ ਨੂੰ ਐਕਸਪਲੋਇਟ ਕਰਦਾ ਹੋਵੇ, ਕਿਤੇ ਇਹ ਛੁੱਟ ਕੇ ਬਾਹਰ ਨਾ ਆ ਜਾਏ। ਪਤਾ ਨਹੀਂ ਕਿੰਨੀਆਂ ਹੀ ਕੁੜੀਆਂ ਨੂੰ ਉਸ ਬੰਦੇ ਨੇ ਐਕਸਪਲੋਇਟ ਕੀਤਾ ਹੋਏਗਾ, ਆਪਣੇ ਸਕੂਲ 'ਚ ਪੜ੍ਹਦੀਆਂ ਬੱਚੀਆਂ ਨੂੰ, ਨਿਆਣੀਆਂ ਜਵਾਕੜੀਆਂ ਨੂੰ। ਜੇਕਰ ਮੰਨ ਲਓ ਕਿ ਉਹ ਪਹਿਲੀ ਕੁੜੀ ਹੀ ਜਾਂ ਉਸ ਕੁੜੀ ਦੇ ਮਾਂ-ਪਿਓ ਹੀ ਇਹ ਸ਼ਿਕਾਇਤ ਕਰਵਾ ਦਿੰਦੇ ਤਾਂ ਸ਼ਾਇਦ ਜਿਹੜੀਆਂ ਬਾਕੀ ਕੁੜੀਆਂ ਉਹ ਬਚ ਜਾਂਦੀਆਂ, ਸ਼ਾਇਦ ਉਹਨਾਂ ਤੱਕ ਇਸ ਬੰਦੇ ਦੀ ਹਵਸ਼ ਨਾ ਪਹੁੰਚਦੀ, ਇਸ ਬੰਦੇ ਦੀ ਮਾੜੀ ਨਿਗਾਹ, ਮਾੜੇ ਹੱਥ ਜਾਂ ਮਾੜੇ ਕੰਮ ਨਾ ਪਹੁੰਚਦੇ, ਸ਼ਾਇਦ ਇਹ ਬੰਦਾ ਉਦੋਂ ਹੀ ਜੇਲ੍ਹ 'ਚ ਹੁੰਦਾ। ਪਰ ਜਿਹੜੀਆਂ ਧੀਆਂ ਨੇ ਉਹ ਵੀ ਕਿਤੇ ਨਾ ਕਿਤੇ ਕਾਉਂਸਲਿੰਗ ਦੀ ਕਮੀ ਹੋਣ ਨਾਲ ਆਪਣਾ ਸਮਾਜ ਇਸ ਤਰ੍ਹਾਂ ਦਾ ਵਰਤੀਰਾ ਕਰਦਾ, ਇਹਨਾਂ ਗੱਲਾਂ ਨੂੰ ਸੁਣਨਾ ਨਹੀਂ ਚਾਹੁੰਦਾ। ਅਗਰ ਸੁਣ ਵੀ ਲੈਂਦਾ ਤਾਂ ਇਹਨਾਂ ਗੱਲਾਂ ਨੂੰ ਐਡਵੈਂਚਰ ਸਮਝਦੇ ਆ, ਉਹਨਾਂ ਨੂੰ ਐਡਵੈਂਚਰ ਸਮਝ ਕੇ ਇਹਦੇ ਵਿੱਚੋਂ ਵੀ ਇੰਟਰਟੇਨਮੈਂਟ ਲੱਭਦੇ ਆ। ਕੋਨਿਆਂ ਤੇ ਗਲੀਆਂ ਦੇ ਵਿੱਚ, ਕੋਨਿਆਂ ਤੇ ਸੱਥਾਂ ਦੇ ਵਿੱਚ ਖੜ ਕੇ ਗੱਲਾਂ ਕਰਦੇ ਆ, ਜਿਹਦੇ ਨਾਲ ਜਿਹੜਾ ਪਰਿਵਾਰ ਆ ਉਹ ਬੋਝ ਹੇਠ ਦੱਬਦਾ ਹੈ। ਇਸ ਗੱਲ ਦੀ ਪੁਸ਼ਟੀ ਐਵੇਂ ਵੀ ਹੁੰਦੀ ਹੈ ਕਿ ਜਿਹੜੇ ਇਹ ਪ੍ਰਾਈਵੇਟ ਸਕੂਲ ਚਲਾਉਣ ਵਾਲਾ ਇਹ ਪ੍ਰਿੰਸੀਪਲ ਸੀ, ਇਹ ਪਹਿਲਾਂ ਕਿਸੇ ਹੋਰ ਪਿੰਡ 'ਚ ਚਲਾਉਂਦਾ ਸੀ, ਪਰ ਉੱਥੋਂ ਇਹਨੂੰ ਇੱਕ ਤਰ੍ਹਾਂ ਨਾਲ ਕੱਢ ਦਿੱਤਾ ਗਿਆ ਤਾਂ ਸਕੂਲ ਬੰਦ ਕਰਾ ਦਿੱਤਾ ਗਿਆ। ਤਾਂ ਫਿਰ ਇਹ ਪ੍ਰਿੰਸੀਪਲ ਜਾ ਕੇ ਹੋਰ ਪਿੰਡ ਦੇ ਵਿੱਚ ਆਪਣਾ ਸਕੂਲ ਖੋਲ੍ਹ ਲੈਂਦਾ। ਸੋ ਇੱਥੇ ਵੀ ਇਹੀ ਦੱਸਿਆ ਗਿਆ ਉਸ ਪੰਚਾਇਤ ਵੱਲੋਂ ਕਿ ਕਿਉਂਕਿ ਇਹਦੀਆਂ ਮਾੜੀਆਂ ਕਰਤੂਤਾਂ ਇਸ ਪ੍ਰਿੰਸੀਪਲ ਦੀਆਂ ਬਾਹਰ ਆ ਗਈਆਂ ਸੀ, ਇਸ ਕਰਕੇ ਇਹਨੂੰ ਇੱਥੋਂ ਭਜਾ ਦਿੱਤਾ ਗਿਆ। ਹੁਣ ਇਹ ਆਪਣੇ ਸਮਾਜ ਦੀ ਨਲਾਇਕੀ ਹੈ ਕਿ ਜਦੋਂ ਉਹਦੀਆਂ ਮਾੜੀਆਂ ਕਰਤੂਤਾਂ ਸਾਹਮਣੇ ਆ ਗਈਆਂ ਤਾਂ ਉਹਨੂੰ ਭਜਾ ਦਿੱਤਾ ਗਿਆ ਕਿ ਤੂੰ ਅਗਲੇ ਪਿੰਡ ਜਾ ਕੇ ਕੁੜੀਆਂ ਨੂੰ ਐਕਸਪਲੋਇਟ ਕਰ। ਉਹਦੇ 'ਤੇ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ ਗਈ। ਇੱਥੇ ਦੋ ਗੱਲਾਂ ਹੋ ਸਕਦੀਆਂ ਨੇ। ਇੱਕ ਤਾਂ ਇਹ ਕਿ ਜਿਹੜੀਆਂ ਉਹ ਬੱਚੀਆਂ ਦੇ ਨਾਲ ਮਾੜੇ ਕਰਮ ਉਹਨੇ ਕੀਤੇ ਹੋਣ, ਕਿਉਂਕਿ ਉਹਨਾਂ ਦੀ ਉਮਰ ਬਹੁਤ ਛੋਟੀ ਸੀ, ਉਹਨਾਂ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਸੀ, ਉਹਨਾਂ ਨੂੰ ਪਤਾ ਹੀ ਨਹੀਂ ਕੰਸੈਂਟ ਕੀ ਹੁੰਦਾ ਹੈ, ਰੇਪ ਕੀ ਹੁੰਦਾ ਹੈ, ਸੈਕਸ਼ੂਅਲ ਐਕਸਪਲੋਇਟੇਸ਼ਨ ਕੀ ਹੁੰਦੀ ਹੈ ਔਰ ਇਨਫੈਕਟ ਵਾਟ ਇਜ਼ ਸੈਕਸ਼ੂਅਲ ਇੰਟਰਕੋਰਸ ਔਰ ਸੈਕਸ਼ੂਅਲ ਐਜੂਕੇਸ਼ਨ, ਉਹਨਾਂ ਨੂੰ ਇਸ ਚੀਜ਼ ਬਾਰੇ ਕੁਝ ਵੀ ਨਹੀਂ ਪਤਾ। ਸੋ ਬਾਵਜੂਦ ਇਸ ਦੇ ਵੀ ਉਹਨਾਂ ਕੁੜੀਆਂ ਨੂੰ ਅਗਰ ਕੋਈ ਜਾਣਾ ਉਹਨਾਂ ਦੇ ਅਣਜਾਣਪੁਣੇ ਦੇ ਵਿੱਚ ਐਕਸਪਲੋਇਟ ਕਰਦਾ ਤਾਂ ਉਹ ਬੱਚੀਆਂ ਨੂੰ ਹੋ ਸਕਦਾ ਕਿ ਡਰਾਇਆ, ਧਮਕਾਇਆ, ਦਬਾਇਆ ਗਿਆ ਹੋਵੇ ਇਸ ਪ੍ਰਿੰਸੀਪਲ ਵੱਲੋਂ ਕਿ ਤੁਸੀਂ ਬਾਹਰ ਜਾ ਕੇ ਇਹ ਗੱਲ ਨਹੀਂ ਕਰੋਗੀਆਂ। ਸੋ ਇਹ ਵੀ ਕਾਰਨ ਹੋ ਸਕਦਾ ਉਹਨਾਂ ਧੀਆਂ ਨੇ, ਉਹਨਾਂ ਬੱਚੀਆਂ ਨੇ ਆਪਣੇ ਮਾਂ-ਪਿਓ ਨੂੰ, ਆਪਣੇ ਰਿਸ਼ਤੇਦਾਰ, ਭੈਣ ਭਰਾ, ਕਿਸੇ ਟੀਚਰ ਨੂੰ ਇਹ ਗੱਲ ਦੱਸੀ ਨਾ ਹੋਵੇ। ਇਹ ਇੱਕ ਸਿਨੈਰੀਓ ਸੀ। ਦੂਸਰਾ ਸਿਨੈਰੀਓ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਬੱਚੀਆਂ ਨੇ ਇਹ ਗੱਲ ਆਪਣੇ ਮਾਂ-ਪਿਓ ਨੂੰ ਦੱਸੀ ਹੋਵੇ, ਆਪਣੇ ਟੀਚਰ ਨੂੰ ਵੀ ਦੱਸੀ ਹੋਵੇ, ਆਪਣੇ ਭੈਣ ਭਰਾ ਨੂੰ ਵੀ ਦੱਸੀ ਹੋਵੇ, ਪਰ ਉਹ ਬਦਨਾਮੀ ਦੇ ਡਰ ਤੋਂ, ਸਮਾਜ ਦੇ ਵਿੱਚ ਬਦਨਾਮੀ ਨਾ ਕਿਤੇ ਹੋ ਜਾਏ, ਇਸ ਡਰ ਤੋਂ ਮਾਂ-ਪਿਓ, ਪਰਿਵਾਰ ਬਾਹਰ ਨਾ ਨਿਕਲਿਆ ਹੋਵੇ। ਸੀਨ ਤੀਜਾ ਵੀ ਇੱਥੇ ਹੈਗਾ। ਤੀਸਰਾ ਸੀਨ ਇਹ ਹੋ ਸਕਦਾ ਕਿ ਜਿਹੜੇ ਆਪਣੇ ਸਕੂਲ ਹੈ
ਉਹ ਸਕੂਲ ਸક્ષਮ ਸਕੂਲ ਨਹੀਂ ਹੈ, ਚਾਹੇ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ। ਜਿਹੜੇ ਪ੍ਰਾਈਵੇਟ ਅਦਾਰੇ ਆ ਉਹ ਵੀ ਤੁਹਾਨੂੰ ਪਤਾ ਇੱਕ ਸਿਰਫ ਗੋਰਖ ਧੰਦਾ ਹੀ ਚੱਲ ਰਿਹਾ ਹੈ, ਸਿਰਫ ਬੱਚਿਆਂ ਦੇ ਪੈਸੇ ਬਟੋਰਨ ਲਈ, ਫੀਸਾਂ ਬਟੋਰਨ ਦੇ ਲਈ 2-2 ਕਮਰਿਆਂ ਦੇ ਵਿੱਚ ਵੀ ਪ੍ਰਾਈਵੇਟ ਸਕੂਲ ਪਿੰਡਾਂ ਦੇ ਵਿੱਚ ਅੰਗਰੇਜ਼ੀ ਸਕੂਲ ਦੇ ਨਾਮ ਤੇ ਚੱਲਦੇ ਨੇ। ਹਾਲਾਂਕਿ ਉੱਥੇ ਜਿਹੜੀ ਐਜੂਕੇਸ਼ਨ ਦਾ ਸਤਰ ਹੈ, ਲੈਵਲ ਉਹ ਬਹੁਤ ਨੀਚੇ ਆ। ਸੋ ਹੋ ਸਕਦਾ ਹੈ ਕਿ ਇਹਨਾਂ ਬੱਚੀਆਂ ਨੂੰ ਇਹਨਾਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਵੀ ਚਾਹੇ ਉਹ ਪੜ੍ਹਦੀਆਂ ਸੀ, ਉਹਨਾਂ ਨੂੰ ਇਸ ਚੀਜ਼ ਦੀ ਸਮਝ ਹੀ ਨਾ ਹੋਵੇ ਕਿ ਇਹ ਜਿਹੜੀ ਗੱਲ ਹੈ ਮਾੜੀ ਗੱਲ ਹੈ, ਇਹ ਇੱਦਾਂ ਨਹੀਂ ਹੋਣਾ ਚਾਹੀਦਾ ਸੀ। ਹੋ ਸਕਦਾ ਉਹਨਾਂ ਕੁੜੀਆਂ ਨੂੰ ਇਸ ਚੀਜ਼ ਦੀ ਕਦੀ ਕਾਉਂਸਲਿੰਗ ਜਾਂ ਅਵੇਅਰਨੈਸ ਜਾਂ ਸੈਂਸਿਟਾਈਜ਼ੇਸ਼ਨ ਇਹਨਾਂ ਮੁੱਦਿਆਂ ਦੇ ਉੱਤੇ ਮਿਲੀ ਹੀ ਨਾ ਹੋਵੇ ਕਿ ਇਹਨਾਂ ਇਸ਼ੂਜ਼ ਨੂੰ ਦੱਸਣਾ ਬਣਦਾ ਆ। ਅੱਜ ਉਹ ਪ੍ਰਿੰਸੀਪਲ ਜੇਲ੍ਹ ਦੇ ਅੰਦਰ ਹੈ, ਉਹ ਅਰੈਸਟ ਹੋ ਚੁੱਕਾ। ਉਸ ਦੇ ਬਾਵਜੂਦ ਵੀ ਜਿਹੜੇ ਉਹ ਪੀੜਿਤ ਪਰਿਵਾਰ ਆ, ਉਹਨਾਂ ਦੇ ਮਾਂ-ਬਾਪ ਆ, ਉਹ ਬਾਹਰ ਨਿਕਲ ਕੇ ਸ਼ਿਕਾਇਤ ਦਰਜ ਕਰਾਉਣ ਨਹੀਂ ਆ ਰਿਹਾ। ਇਹ ਆਪਣੇ ਸਮਾਜ ਦੇ ਉੱਤੇ ਬਹੁਤ ਵੱਡਾ ਸਵਾਲ ਖੜਾ ਕਰਦੇ। ਸਵਾਲ ਕਿਉਂ ਖੜਾ ਕਰਦੇ? ਕਿਉਂਕਿ ਅਗਰ ਉਹ ਬੰਦਾ ਬਿਨਾਂ ਕਿਸੇ ਠੋਸ ਕੇਸ ਦੇ ਸਬੂਤਾਂ ਤੋਂ, ਬਿਨਾਂ ਠੋਸ ਸਟੇਟਮੈਂਟਾਂ ਤੋਂ ਬਾਹਰ ਆ ਗਿਆ ਜੇਲ੍ਹ ਚੋਂ ਔਰ ਆ ਕੇ ਫਿਰ ਆਪਣਾ ਕਿਸੇ ਹੋਰ ਪਿੰਡ ਦੇ ਵਿੱਚ ਸਕੂਲ ਚਲਾਏਗਾ ਔਰ ਉੱਥੇ ਜਾ ਕੇ ਫਿਰ ਛੋਟੀਆਂ ਬੱਚੀਆਂ ਨੂੰ, ਨਿਆਣੀਆਂ ਬੱਚੀਆਂ ਨੂੰ ਐਕਸਪਲੋਇਟ ਕਰੇਗਾ ਔਰ ਉਹਨਾਂ ਦੇ ਜ਼ਿੰਦਗੀ ਭਰ ਦੇ ਲਈ ਉਸ ਐਕਸਪਲੋਇਟੇਸ਼ਨ ਦਾ, ਉਸ ਰੇਪ ਦਾ, ਉਹ ਮਾੜੀ ਟੱਚ ਦਾ, ਉਹਨਾਂ ਦੀਆਂ ਗਲਤ ਫੋਟੋਗ੍ਰਾਫੀ ਦਾ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਸਕਦਾ ਹੋ ਰਿਹਾ ਹੋਵੇਗਾ। ਹੁਣ ਜਿੱਥੇ ਵੀ ਉਹ ਪ੍ਰਿੰਸੀਪਲ ਪਿਛਲੇ 20 ਸਾਲਾਂ ਤੋਂ ਆਪਣਾ ਸਕੂਲ ਚਲਾ ਰਿਹਾ ਸੀ, ਕੀ ਆਪਾਂ ਇਹ ਸੋਚ ਸਕਦੇ ਹਾਂ ਵੀ ਉਹਨਾਂ ਸਕੂਲਾਂ 'ਚ ਕੋਈ ਹੋਰ ਟੀਚਰ ਨਹੀਂ ਸੀ, ਕੋਈ ਮਹਿਲਾ ਅਧਿਆਪਕ, ਕੋਈ ਪੁਰਸ਼ ਅਧਿਆਪਕ ਜਾਂ ਕੋਈ ਹੋਰ ਟੀਚਰ, ਕੋਈ ਚਪੜਾਸੀ, ਕੋਈ ਸਿਪਾਹੀ, ਕੋਈ ਸਿਕਿਉਰਿਟੀ ਗਾਰਡ ਨਹੀਂ ਸੀ ਜਿਹੜਾ ਇਹੋ ਜਿਹੀਆਂ ਚੀਜ਼ਾਂ ਨੂੰ ਨੋਟ ਕਰਦਾ ਜਾਂ ਉਹਨਾਂ ਨੂੰ ਸ਼ੱਕ ਹੁੰਦਾ ਔਰ ਉਹ ਆਪਣੀ ਕਾਰਵਾਈ ਕਰਦੇ? ਤਾਂ ਮੈਨੂੰ ਲੱਗਦਾ ਕਿ ਉੱਥੇ ਜਿਹੜੇ ਕੰਮ ਕਰਨ ਵਾਲੇ ਅੰਗਰੇਜ਼ੀ ਸਕੂਲ, ਜਿਹੜਾ ਪ੍ਰਾਈਵੇਟ ਛੋਟਾ ਸਕੂਲ ਹੁੰਦਾ ਪਿੰਡਾਂ ਦੇ ਵਿੱਚ, ਉੱਥੇ ਕਿਹੜਾ ਕੋਈ ਚੈੱਕ ਕਰਨ ਜਾਂਦਾ? ਕੋਈ ਸਰਕਾਰ ਦਾ, ਕੋਈ ਐਜੂਕੇਸ਼ਨ ਡਿਪਾਰਟਮੈਂਟ ਦਾ ਰੋਲ ਨਹੀਂ ਹੈ। ਸਿਰਫ ਤੁਹਾਨੂੰ ਵੀ ਪਤਾ ਹੈ ਸਿਸਟਮ ਇੱਦਾਂ ਦਾ ਹੈ, ਕਰਪਸ਼ਨ ਦਾ। 4 ਪੈਸੇ ਦਿਓ, ਜਿੰਨੇ ਮਰਜ਼ੀ ਸਕੂਲ ਤੁਸੀਂ ਖੋਲ੍ਹੋ ਛੋਟੇ ਛੋਟੇ, ਕਦੀ ਤੁਹਾਡੇ ਤੇ ਫਲਾਈਂਗ ਨਹੀਂ ਆਏਗੀ, ਕਦੀ ਤੁਹਾਡੇ ਤੇ ਚੈਕਿੰਗ ਨਹੀਂ ਆਏਗੀ ਐਜੂਕੇਸ਼ਨ ਬੋਰਡ ਵੱਲੋਂ ਜਾਂ ਐਜੂਕੇਸ਼ਨ ਮਿਨਿਸਟਰੀ ਵੱਲੋਂ। ਸੋ ਉੱਥੇ ਜਿਹੜੇ ਕੰਮ ਕਰਦੇ ਲੋਕ ਆ, ਉਹਨਾਂ ਦੀਆਂ ਤਨਖਾਹਾਂ ਕਿੰਨੀਆਂ ਹੁੰਦੀਆਂ ਨੇ? 3500, 4000। ਇੰਨੀ ਕੁ 'ਤੇ ਹੀ ਉੱਥੇ ਟੀਚਰਾਂ ਨੂੰ ਤਨਖਾਹ 'ਤੇ ਰੱਖਿਆ ਜਾਂਦਾ ਹੈ, ਇੰਨੀ ਕੀ ਤਨਖਾਹ ਉੱਥੇ ਦੇ ਚਪੜਾਸੀਆਂ ਨੂੰ ਮਿਲਦੀ ਹੈ। ਸੋ ਅਗਲਿਆਂ ਨੂੰ ਬੜੀ ਮੁਸ਼ਕਿਲ ਨਾਲ ਤਾਂ ਬੇਰੁਜ਼ਗਾਰੀ ਦੇ ਟਾਈਮ 'ਚ ਨੌਕਰੀ ਮਿਲੀ ਹੁੰਦੀ ਹੈ। ਸੋ ਮੈਨੂੰ ਲੱਗਦਾ ਉਹਨਾਂ ਦੇ ਉੱਤੇ ਵੀ ਇਹੀ ਪ੍ਰੈਸ਼ਰ ਹੋਏਗਾ ਕਿ ਅਸੀਂ ਨਹੀਂ ਬੋਲਾਂਗੇ, ਜੇ ਅਸੀਂ ਬੋਲਾਂਗੇ ਤਾਂ ਸਾਡੀ ਨੌਕਰੀ ਚਲੀ ਜਾਏਗੀ ਜਾਂ ਸਾਨੂੰ ਸਕੂਲ ਤੋਂ ਕੱਢ ਦਿੱਤਾ ਜਾਏਗਾ ਜਾਂ ਸਾਨੂੰ ਸਮਾਜ ਦੇ ਵਿੱਚ ਹੋਰ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ। ਪਰ ਇਹ ਗਲਤ ਹੈ। ਇਹ ਜਿਹੜੀ ਚੁੱਪੀ ਹੈ, ਇਹ ਹੱਲ ਨਹੀਂ ਹੈ ਮਸਲੇ ਦਾ। ਇਹ ਚੁੱਪੀ ਇਹੋ ਜਿਹੇ ਪਰਪੀਟ੍ਰੇਟਰਸ ਦੇ ਹੌਸਲੇ ਵਧਾਉਂਦੀ ਹੈ ਕਿ ਉਹ ਹੋਰ ਸਾਡੀਆਂ ਧੀਆਂ ਨੂੰ ਅੱਗੇ ਐਕਸਪਲੋਇਟ ਕਰਦੇ ਆ, ਸਾਡੀਆਂ ਬੱਚੀਆਂ ਜਿਹੜਾ ਆਪਣਾ ਰਾਈਟ ਟੂ ਐਜੂਕੇਸ਼ਨ, ਜਿਨ੍ਹਾਂ ਦਾ ਹੱਕ ਬਣਦਾ ਐਜੂਕੇਸ਼ਨ ਲੈਣਾ, ਉਹਨਾਂ ਦਾ ਕੌਨਸਟੀਟਿਊਸ਼ਨਲ ਹੱਕ ਹੈ ਪੜ੍ਹਾਈ ਲੈਣਾ, ਉਹ ਆਪਣੀ ਪੜ੍ਹਾਈ ਲੈਣ ਦੇ ਲਈ ਸਕੂਲਾਂ 'ਚ ਜਾਂਦੀਆਂ ਨੇ, ਇੱਕ ਵਿਦਿਅਕ ਅਦਾਰੇ ਦੇ ਵਿੱਚ ਜਾਂਦੀਆਂ ਨੇ ਜਿੱਥੇ ਵਿੱਦਿਆ ਨੂੰ ਮਾਂ ਸਰਸਵਤੀ ਨਾਲ ਜੋੜਿਆ ਜਾਂਦਾ। ਉੱਥੇ ਇਹ ਬੱਚੀਆਂ ਮਾਂ ਸਰਸਵਤੀ ਦੀਆਂ ਨੂੰ ਐਕਸਪਲੋਇਟ ਕਰਦੇ ਆ ਪ੍ਰਿੰਸੀਪਲਸ। ਉੱਥੇ ਪਤਾ ਨਹੀਂ ਕੀ ਕੁਛ ਹੁੰਦਾ ਹੋਏਗਾ, ਜਿਹੜੀਆਂ ਖਬਰਾਂ ਆਪਣੇ ਤੱਕ ਪਹੁੰਚਦੀਆਂ ਨਹੀਂ ਹੈ। ਪਰ ਇਹਦੇ 'ਤੇ ਸਮਾਜ ਦੀ ਚੁੱਪੀ, ਇਹਦੇ 'ਤੇ ਮੀਡੀਆ ਦੀ ਚੁੱਪੀ, ਇਹਦੇ 'ਤੇ ਪੁਲਿਸ ਵਾਲਿਆਂ ਦੀ ਚੁੱਪੀ, ਇਹਦੇ 'ਤੇ ਸੁਓ ਮੋਟੋ ਨੋਟਿਸ ਲੈਣ ਦੀ ਹਾਈ ਕੋਰਟ ਦੀ ਚੁੱਪੀ, ਇਹਦੇ 'ਤੇ ਆਪਣੇ ਰਾਜਨੀਤਿਕ ਲੋਕਾਂ ਦੀ ਚੁੱਪੀ ਬਹੁਤ ਵੱਡਾ ਸਵਾਲ ਹੈ। ਪਲੱਸ ਨਾਲ ਹੀ ਜਿਹੜੇ ਪੀੜਿਤ ਧੀਆਂ ਨੇ, ਪੀੜਿਤ ਕੁੜੀਆਂ ਨੇ, ਇਹਨਾਂ ਦੇ ਪਰਿਵਾਰਾਂ ਦੀ ਚੁੱਪੀ ਆਪਣੇ ਸਮਾਜ ਅੱਗੇ ਬਹੁਤ ਵੱਡਾ ਸਵਾਲ ਛੱਡ ਕੇ ਜਾਂਦੀ ਹੈ ਕਿ ਕੀ ਹੋਏਗਾ ਇਹਨਾਂ ਬੱਚੀਆਂ ਦਾ। ਮੈਨੂੰ ਡਰ ਲੱਗਦਾ ਹੈ, ਜੋ ਅਸਲ ਡਰ ਮੈਨੂੰ ਇਹਦੇ 'ਚੋਂ ਲੱਗਦਾ ਕਿ ਜਿਹੜੀਆਂ ਬੱਚੀਆਂ ਨਾਲ ਐਕਸਪਲੋਇਟੇਸ਼ਨ ਹੁੰਦੀ ਹੈ ਇਸ ਟਾਈਮ ਹੋਈ ਇਸ ਕੇਸ ਦੇ ਵਿੱਚ, ਕੀ ਕਿਤੇ ਉਹਨਾਂ ਦੇ ਮਾਂ-ਪਿਓ ਉਹਨਾਂ ਨੂੰ ਸਕੂਲ ਤੋਂ ਹਟਾ ਤਾਂ ਨਹੀਂ ਲੈਣਗੇ? ਕੀ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਰਾਈਟ ਟੂ ਐਜੂਕੇਸ਼ਨ, ਸਿੱਖਿਆ ਦੇ ਅਧਿਕਾਰ ਤੋਂ, ਸਿੱਖਿਆ ਲੈਣ ਦੇ ਅਧਿਕਾਰ ਤੋਂ ਵਾਂਝਾ ਤਾਂ ਨਹੀਂ ਰੱਖ ਦੇਣਗੇ? ਕੀ ਉਹਨਾਂ ਦੇ ਮਾਂ-ਪਿਓ ਉਹਨਾਂ ਨੂੰ ਘਰੇਲੂ ਕੰਮਾਂ ਦੇ ਵਿੱਚ ਜਾਂ ਗੋਹੇ ਕੂੜੇ ਦੇ ਕੰਮਾਂ ਦੇ ਵਿੱਚ ਫਸਾ ਕੇ ਕਿਤੇ ਉਹਨਾਂ ਦਾ ਬਚਪਨ ਤਾਂ ਨਹੀਂ ਖੋਹ ਲੈਣਗੇ? ਕਿਤੇ ਉਹਨਾਂ ਦੇ ਮਾਂ-ਪਿਓ ਉਹਨਾਂ ਨੂੰ 18 ਸਾਲ ਹੁੰਦਿਆਂ ਹੀ ਜਾਂ ਹੋ ਸਕਦਾ 17 ਦੇ ਵਿੱਚ ਹੀ ਵਿਆਹ ਤਾਂ ਨਹੀਂ ਦੇਣਗੇ? ਕਿਤੇ ਉਹਨਾਂ ਦੇ ਮਾਂ-ਪਿਓ ਉਹਨਾਂ ਨੂੰ ਕਿਤੇ ਵੀ ਵਿਆਹ ਕੇ ਇੱਕ ਤਰ੍ਹਾਂ ਨਾਲ ਘਰੋਂ ਕੱਢਣ ਦੀ ਜਾਂ ਆਪਣੇ ਸਿਰ ਤੋਂ ਬੋਝ ਲਾਉਣ ਦੀ ਗਲਤ ਨਹੀਂ ਕਰਨਗੇ? ਇਹਦੇ ਨਾਲ ਇੱਕ ਪਰਿਵਾਰ ਨਹੀਂ, ਇਹਦੇ ਨਾਲ ਕਈ ਪਰਿਵਾਰ ਖਰਾਬ ਹੋਣਗੇ। ਔਰ ਜਿਹੜਾ ਸਮਾਜ ਹੈ ਉਹ ਪਰਿਵਾਰਾਂ ਦਾ ਹੀ ਸਮੂਹ ਹੁੰਦਾ ਹੈ, ਛੋਟੇ ਛੋਟੇ ਪਰਿਵਾਰ ਮਿਲ ਕੇ ਹੀ ਆਪਣਾ ਪੂਰਾ ਸਮਾਜ ਬਣਿਆ। ਸੋ ਸਮਾਜ ਦਾ ਬੁਨਿਆਦੀ ਸਟਰਕਚਰ ਹੈ ਪਰਿਵਾਰ, ਔਰ ਪਰਿਵਾਰ ਚਲਾਉਂਦੀ ਹੈ ਇੱਕ ਔਰਤ। ਅਗਰ ਇਹਨਾਂ ਔਰਤਾਂ ਦੇ ਜਿਨ੍ਹਾਂ 'ਤੇ ਐਕਸਪਲੋਇਟੇਸ਼ਨ ਹੋਈ, ਜਿਨ੍ਹਾਂ ਨੂੰ ਆਪਣੀ ਐਕਸਪਲੋਇਟੇਸ਼ਨ ਹੋਣ 'ਤੇ ਵੀ ਆਪਾਂ ਇਨਕਰੇਜ ਨਹੀਂ ਕਰ ਸਕੇ ਕਿ ਬੇਟਾ ਨਹੀਂ, ਆਪਾਂ ਨੂੰ ਇਨਸਾਫ ਦਿਵਾਵਾਂਗੇ ਤੈਨੂੰ, ਜਾਂ ਅਸੀਂ ਤੇਰੇ ਨਾਲ ਖੜੇ ਹਾਂ, ਆਪਾਂ ਇਸ ਚੀਜ਼ ਦਾ ਹੱਲ ਕਰਾਂਗੇ, ਤਾਂ ਉਹ ਬੱਚੀਆਂ ਤਾਂ ਜ਼ਿੰਦਗੀ ਭਰ ਕੋਈ ਨਾ ਕੋਈ ਮਾਨਸਿਕ ਬੋਝ ਆਪਣੇ ਦਿਮਾਗ 'ਤੇ ਲੈ ਕੇ ਜਾਂ ਨਾਲ ਹੀ ਸਮਾਜਿਕ ਬੋਝ ਵੀ ਆਪਣੇ ਦਿਮਾਗ 'ਤੇ ਲੈ ਕੇ, ਕਿਤੇ ਮੈਨੂੰ ਡਰ ਲੱਗਦਾ ਵੀ ਕਿਤੇ ਇਹ ਪੀੜਿਤ ਬੱਚੀਆਂ, ਇਹ ਨਿਆਣੀਆਂ ਆਪਣੇ ਆਪ ਨੂੰ ਹੀ ਕਿਤੇ ਦੋਸ਼ੀ ਨਾ ਸਮਝ ਰਹੀਆਂ ਹੋਣ ਕਿ ਇਹਨਾਂ ਦਾ ਕਸੂਰ ਹੈ।
ਮੈਨੂੰ ਡਰ ਹੈ ਕਿ ਕਿਤੇ ਇਹ ਬੱਚੀਆਂ ਵੀ ਆਪਣੇ ਆਪ ਨੂੰ ਹੀ ਬਲੇਮ ਨਾ ਕਰਦੀਆਂ ਰਹਿਣ ਔਰ ਕਿਸੇ ਤਰ੍ਹਾਂ ਦੀਆਂ ਮਾਨਸਿਕ ਰੋਗੀ ਨਾ ਹੋ ਜਾਣ ਜਾਂ ਕਿਸੇ ਤਰ੍ਹਾਂ ਦੇ ਹੋਰ ਬੋਝ ਲੈ ਕੇ ਆਪਣੀ ਜ਼ਿੰਦਗੀ ਨੂੰ ਜਾਂ ਆਪਣੇ ਅੱਗੇ ਆਉਣ ਵਾਲੇ ਪਰਿਵਾਰਾਂ ਨੂੰ ਖਰਾਬ ਨਾ ਕਰਨ। ਇਹ ਸਵਾਲ ਹੈ ਬਹੁਤ ਵੱਡੇ ਆਪਣੇ ਸਮਾਜ 'ਤੇ, ਆਪਣੇ ਸਮਾਜ 'ਤੇ ਸਵਾਲ ਹੈ ਜਿਹੜਾ ਸਮਾਜ ਕਰੋੜਾਂ ਰੁਪਏ ਇਲੈਕਸ਼ਨਾਂ 'ਤੇ ਫੂਕ ਦਿੰਦਾ ਹੈ, ਜਿਹੜਾ ਸਮਾਜ 2000 ਦੇ ਨੋਟ 'ਤੇ ਵਿਕ ਜਾਂਦਾ ਹੈ। ਹੁਣ ਤੁਸੀਂ ਕਹੋਗੇ ਇਹਦੇ ਵਿੱਚ ਰਾਜਨੀਤੀ ਦਾ ਕੀ ਕੰਮ ਹੈ? ਮੈਂ ਕਹੂੰਗੀ ਵੀ ਰਾਜਨੀਤੀ ਹੀ ਸਭ ਕੁਝ ਹੈ। ਰਾਜਨੀਤੀ ਹੀ ਡਿਸਾਈਡ ਕਰਦੀ ਹੈ ਕਿ ਕਿਹੜੇ ਪਿੰਡ ਦੇ ਵਿੱਚ ਤੁਸੀਂ ਅੰਗਰੇਜ਼ੀ ਸਕੂਲ ਖੋਲ੍ਹ ਸਕਦੇ ਹੋ। ਤੁਹਾਨੂੰ ਪਤਾ ਹੈ 1000 ਦਾ ਨੋਟ ਦਿਖਾਓ ਸਰਕਾਰੀ ਅਫਸਰ ਨੂੰ ਔਰ ਜਿਹੜੀ ਮਰਜ਼ੀ ਸਕੂਲ ਖੋਲ੍ਹਣ ਦੀ ਫਾਈਲ ਤੁਸੀਂ ਪਾਸ ਕਰਾ ਲਓ। ਜੇ 1000 'ਚ ਕੰਮ ਨਹੀਂ ਬਣਿਆ ਤਾਂ 2000 'ਚ ਬਣ ਜਾਏਗਾ। ਫਿਰ ਉਹ 2000 ਤੁਸੀਂ ਹਰ ਸਾਲ ਉਹਨੂੰ ਪਹੁੰਚਾਈ ਜਾਓ ਔਰ ਤੁਹਾਡਾ ਸਕੂਲ ਆਰਾਮ ਨਾਲ ਚੱਲੀ ਜਾਏਗਾ। ਕਿਉਂਕਿ ਇਹ ਜਿਹੜੀ ਰਾਜਨੀਤੀ ਹੈ, ਜਿਹੜਾ ਸਾਡਾ ਸਿੱਖਿਆ ਬੋਰਡ ਹੈ, ਇਹਨੇ ਕਦੀ ਵੀ, ਸਾਡੀ ਮਿਨਿਸਟਰੀ ਆਫ ਐਜੂਕੇਸ਼ਨ ਨੇ ਕਦੀ ਧਿਆਨ ਹੀ ਨਹੀਂ ਦਿੱਤਾ ਕੀ ਚੱਲ ਰਿਹਾ ਹੈ। ਕਾਇਦੇ ਦੇ ਮੁਤਾਬਿਕ ਹੋਣਾ ਤਾਂ ਇਹ ਚਾਹੀਦਾ ਕਿ ਸਾਡੇ ਪੰਜਾਬ ਦੇ ਸਕੂਲਾਂ ਦੇ ਵਿੱਚ, ਸਾਡੇ ਪੰਜਾਬ ਦਾ ਚਾਹੇ ਸਰਕਾਰੀ ਸਕੂਲ ਹੈ ਚਾਹੇ ਪ੍ਰਾਈਵੇਟ ਸਕੂਲ ਆ, ਉਹਦੇ ਵਿੱਚ ਅਗਰ ਸਰਕਾਰ ਨਹੀਂ ਕਰ ਸਕਦੀ ਤਾਂ ਪ੍ਰਾਈਵੇਟ ਆਰਗੇਨਾਈਜੇਸ਼ਨਸ ਨੂੰ ਨਾਲ ਲੈ ਕੇ ਸਾਡੇ ਸਕੂਲ ਦੇ ਬੱਚਿਆਂ ਨੂੰ, ਕੁੜੀਆਂ ਨੂੰ ਹੀ ਨਹੀਂ ਮੁੰਡਿਆਂ ਨੂੰ ਵੀ ਸੈਕਸ਼ੁਅਲਿਟੀ ਦੀ ਐਜੂਕੇਸ਼ਨ ਮੁਹੱਈਆ ਕਰਾਉਣੀ ਚਾਹੀਦੀ ਆ। ਉਹਨਾਂ ਨੂੰ ਸੈਕਸ ਐਜੂਕੇਸ਼ਨ, ਉਹਨਾਂ ਨੂੰ ਐਡਲਟ ਐਜੂਕੇਸ਼ਨ ਜਿਹੜੀ ਆ ਉਹ ਸਕੂਲ 'ਚ ਦੇਣੀ ਚਾਹੀਦੀ ਆ। ਕੁੜੀਆਂ ਨੂੰ ਖਾਸ ਤੌਰ 'ਤੇ ਸੈਕਸ਼ੂਅਲ ਹਰਾਸ਼ਮੈਂਟ ਲਾਅ ਇੰਡੀਆ ਦਾ ਕੀ ਕਹਿੰਦਾ ਹੈ, ਬਹੁਤ ਸਟਰੋਂਗ ਲਾਅ ਹੈ ਸੈਕਸ਼ੂਅਲ ਹਰਾਸ਼ਮੈਂਟ ਦਾ। ਸੈਕਸ਼ੂਅਲ ਹਰਾਸ਼ਮੈਂਟ ਨੂੰ ਰੋਕਣ ਦੇ ਲਈ ਕਿੱਦਾਂ ਹੋਵੇ, ਸੈਕਸ਼ੂਅਲ ਹਰਾਸ਼ਮੈਂਟ ਨੂੰ ਰਿਪੋਰਟ ਕਿੱਦਾਂ ਕਰਨਾ, ਇਹਦੇ ਤੋਂ ਆਪਣੇ ਆਪ ਨੂੰ ਬਚਾਉਣਾ ਕਿਵੇਂ ਹੈ, ਇਹਦੇ ਨਾਲ ਡੀਲ ਕਿਵੇਂ ਕਰਨਾ, ਉਸ ਚੀਜ਼ ਦੀ ਜਾਣਕਾਰੀ, ਅਵੇਅਰਨੈਸ ਪ੍ਰੋਗਰਾਮ ਸਕੂਲਾਂ ਦੇ ਵਿੱਚ ਸਾਡੀਆਂ ਬੱਚੀਆਂ ਦੇ ਲਈ, ਸਾਡੇ ਬੱਚਿਆਂ ਦੇ ਲਈ ਚੱਲਣੇ ਚਾਹੀਦੇ ਆ। ਇਸੇ ਕਰਕੇ ਹੀ ਰਾਜਨੀਤੀ ਦਾ ਵਿੱਚ ਨਾਮ ਆਉਂਦਾ, ਕਿਉਂਕਿ ਇਹੋ ਜਿਹੇ ਪ੍ਰੋਗਰਾਮ ਬਿਨਾਂ ਰਾਜਨੀਤੀ, ਬਿਨਾਂ ਸਿਸਟਮ ਦੀ ਪਰਮਿਸ਼ਨ ਤੋਂ ਚੱਲ ਨਹੀਂ ਸਕਦੇ। ਇਹੋ ਜਿਹੇ ਅੰਗਰੇਜ਼ੀ ਸਕੂਲ, ਇੱਦਾਂ ਦੇ ਪਰਪੀਟ੍ਰੇਟਡ ਪ੍ਰਿੰਸੀਪਲਸ ਜਿਹੜੇ ਪੀਡੋਫਾਈਲਸ ਨੇ, ਜਿਹੜੇ ਬੱਚੀਆਂ ਨੂੰ ਐਕਸਪਲੋਇਟ ਕਰਨ ਦੀ ਫੈਂਟੇਸੀ ਰੱਖਦੇ ਨੇ, ਜਿਹੜੇ ਉਹਨਾਂ ਨੂੰ ਰਿਕਾਰਡ ਕਰਦੇ ਨੇ, ਜਿਹੜੇ ਉਹਨਾਂ ਦੀਆਂ ਫਿਲਮਾਂ ਬਣਾਉਂਦੇ ਨੇ ਔਰ ਫਿਰ ਕੰਪਿਊਟਰ ਨੂੰ ਇੱਕ ਮਕੈਨਿਕ ਕੋ ਦੇ ਆਉਂਦੇ ਨੇ ਠੀਕ ਕਰਨ ਨੂੰ, ਔਰ ਉਹ ਮਕੈਨਿਕ ਸਾਰੇ ਪਾਸੇ ਵੀਡੀਓਜ਼ ਵਾਇਰਲ ਕਰ ਦਿੰਦਾ ਬੱਚੀਆਂ ਦੀਆਂ। ਇਹ ਜਿਹੜੇ ਪ੍ਰਿੰਸੀਪਲਸ ਆ, ਇਹ ਵੀ ਅੱਜ ਜੇਕਰ ਸਕੂਲ ਪਿਛਲੇ 20 ਸਾਲਾਂ ਤੋਂ ਚਲਾ ਰਿਹਾ ਆ, ਇਹ ਇਸੇ ਰਾਜਨੀਤੀ ਦੀ ਬਦੌਲਤ ਚਲਾ ਰਿਹਾ ਹੈ, ਇਸੇ ਸਿਸਟਮ ਦੀ ਬਦੌਲਤ ਚਲਾ ਰਿਹਾ, ਬਿਕੋਜ਼ ਸਿਸਟਮ ਡੋਂਟ ਕੇਅਰ। ਮੈਂ ਮੰਨਦੀ ਹਾਂ ਬਹੁਤ ਸੰਵੇਦਨਸ਼ੀਲ ਮਾਮਲਾ ਆ, ਇਸ ਮਾਮਲੇ ਦੇ ਉੱਤੇ ਆਲਮੋਸਟ ਹਰ ਕੋਈ ਚੁੱਪ ਆ। ਕੋਈ ਗੱਲ ਨਹੀਂ, ਮਜਬੂਰੀਆਂ ਹੋਣਗੀਆਂ ਹਰ ਮੀਡੀਆ ਦੀਆਂ, ਹਰ ਰਾਜਨੀਤਿਕ ਲੋਕਾਂ ਦੀਆਂ, ਹਰ ਸਮਾਜ ਦੇ ਹਿੱਸੇ ਦੀ ਕੋਈ ਮਜਬੂਰੀ ਹੋਊਗੀ। ਬਹੁਤ ਸੰਵੇਦਨਸ਼ੀਲ ਮਾਮਲਾ, ਟੂ ਸੈਂਸਿਟਿਵ, ਪਰ ਇਹਦੇ 'ਤੇ ਚੁੱਪ ਰਹਿਣਾ ਹੱਲ ਨਹੀਂ ਆ। ਚੁੱਪ ਰਹਿਣ ਦੇ ਨਾਲ ਇਹ ਮਾਮਲਾ ਹੋਰ ਕੰਪਲਿਕੇਟਡ ਹੋਏਗਾ, ਹੋਰ ਕੰਪਲੈਕਸ ਹੋਏਗਾ ਔਰ ਆਪਾਂ ਆਪਣੀਆਂ ਬੱਚੀਆਂ ਨੂੰ ਵਲਨਰੇਬਲ ਸਿਚੁਏਸ਼ਨ 'ਚ ਪਾ ਰਹੇ ਹਾਂ ਤਾਂ ਕਿ ਉਹਨਾਂ ਨਾਲ ਵੀ ਕੱਲ੍ਹ ਨੂੰ ਇੱਦਾਂ ਦਾ ਦੁਸ਼ਕਰਮ ਆਸਾਨੀ ਨਾਲ ਹੋ ਸਕੇ। ਥੈਂਕ ਯੂ ਸੋ ਮਚ।